ਹੁਣ ਆਪ ਉਹਨੂੰ ਪੁੱਛਦੇ ਵੀ ਸੁਣਾ ਹੁਣ ਫੇਰ ਇਹਦੀ ਕਬਰ ਤੇ ਬੈਠੇਗਾ ਐਡੀ ਪੂਜਾ ਕਰ ਰਿਹਾ ਸੀ ਤੂੰ ਤਾਂ ਸ਼ਾਦੀ ਨਹੀਂ ਕੀਤੀ 30 ਸਾਲ ਉਹਦੀ ਕਬਰ ਤੇ ਬੈਠਾ ਰਿਹਾ ਉਹਨੇ ਇੱਕ ਦਿਹਾੜੀ ਤੇਰੇ ਨਾਲ ਨਹੀਂ ਕਬੂਲ ਕੀਤੀ ਤੈਨੂੰ ਤੇਰੇ ਨਾਲ ਰਹਿਣਾ ਇੱਕ ਦਿਨ ਵੀ ਉਹਨੂੰ ਮਨਜ਼ੂਰ ਨਹੀਂ ਹੋਇਆ ਉਹ ਉਸੇ ਵੇਲੇ ਘੋੜੇ ਤੇ ਚੜ੍ਹ ਕੇ ਟੁਰ ਪਈ ਉਹਨੇ ਤੋਬਾ ਕੀਤੀ ਉਹਨੇ ਕਿਹਾ ਜੀ ਵਾਕਈ ਜਿੱਦਾਂ ਕਹਿੰਦੇ ਵੀ ਇਹ ਬੇਵਫਾ ਕੌਮ ਆ ਇਹ ਤਾਂ ਬੰਦੇ ਦਾ ਈਮਾਨ ਜ਼ਾਇਆ ਕਰਦੀਆਂ ਖੱਜਲ ਖੁਆਰ ਕਰਦੀਆਂ ਮੈਂ ਹੁਣ ਬਿਲਕੁਲ ਇਹਦਾ ਕੋਈ ਇੰਤਜ਼ਾਰ ਨਹੀਂ ਕਰਨਾ ਬਲਕਿ ਮੈਂ ਇਹਨੂੰ ਦੱਬਣ ਵੀ ਨਹੀਂ ਜਾਣਾ ਆਪੇ ਬਾਦਸ਼ਾਹ ਜਾਣੇ ਤਾਂ ਉਹਦੇ ਉਹ ਭੰਗੀ ਜਾਣੇ ਦੱਬਣ ਚਾਹੇ ਨਾ ਦੱਬਣ ਮੇਰਾ ਇਹਨਾਂ ਹੁਣ ਕੋਈ ਤਲਕ ਨਹੀਂ। ਹੁਣ ਦੇਖੋ ਉਹਨੇ ਇੰਨੀ ਵਫਾ ਕੀਤੀ ਤੇ ਉੱਥੋਂ ਕੀ ਵਫਾ ਹੋਈ ਬਲਮਬੋਰ ਜਹਨਮੀ ਹੋ ਗਿਆ ਔਰਤ ਦਾ ਕਹਿਣਾ ਮੰਨ ਕੇ ਦੇਖੋ ਹੁਕਮ ਆ ਕਿ ਜਿਹਦੀ बीवी ਬੱਚੇ ਰਾਜ਼ੀ ਬੰਦਾ ਜੰਤੀ ਲੇਕਿਨ ਉਹਨੂੰ ਰਾਜ਼ੀ ਕਰਨੇ ਲਈ ਕੋਈ ਅੱਲਾ ਰਸੂਲ ਦਾ ਹੁਕਮ ਨਾ ਤੋੜਨਾ ਪੈਂਦਾ ਹੋਵੇ ਇਹ ਨਹੀਂ ਕਿ ਈਮਾਨ ਛੱਡ ਦਿਓ ਨਹੀਂ ਜਿਹੜੇ ਉਹਦੇ ਹਕੂਕ ਆ ਬੱਚਿਆਂ ਦੇ ਹੱਕ ਆ बीवी ਬੱਚਿਆਂ ਨੂੰ ਰਾਜ਼ੀ ਕਰਨਾ ਕਿਸ ਤਰ੍ਹਾਂ ਕਿ ਨਾਨ ਨੁਫਕਾਇਆ ਉਹਨਾਂ ਦਾ ਕੱਪੜਾ ਲੀੜਾ ਉਹਨਾਂ ਦਾ ਇਲਾਜ ਆ ਇਹ ਸਾਡੇ ਜ਼ਿੰਮੇ ਆ ਇਹ ਸਭ ਕੁਝ ਅਸੀਂ ਕਰਨਾ ਅਗਰ ਕੋਈ ਐਸੀ ਗੱਲ ਉਹ ਕਹਿੰਦੀਆਂ ਜਿਹਦੇ ਨਾਲ ਅੱਲਾ ਨਾਰਾਜ਼ ਹੁੰਦੇ ਆ ਅੱਲਾ ਦਾ ਨਬੀ ਨਾਰਾਜ਼ ਹੁੰਦਾ ਉਹਨੂੰ ਅਗਰ ਕਬੂਲ ਕਰਨਾ ਤੇ ਫਿਰ ਉਹ ਅੱਲਾ ਦਾ ਵਲੀ ਸੀ ਬਲਮਗੌਰ ਜਹਨਮੀ ਹੋ ਗਿਆ ਔਰ ਉਹ ਈਸਾ अलैहिस्सलाम ਦਾ ਉਮਤੀ ਖੱਜਲ ਹੋਇਆ ਕਿੰਨੇ ਸਾਲ ਔਰ ਜ਼ਲੀਲੋ ख्वार ਹੋ ਕੇ ਅਖੀਰੀ ਕੀ ਨਤੀਜਾ ਨਿਕਲਿਆ ਉਹਦੇ ਤੋਂ ਕੋਈ ਵਫਾ ਨਹੀਂ ਹੋਈ। ਇਸ ਤਰ੍ਹਾਂ ਦੇ ਬਹੁਤ ਵਾਕਿਆਤ ਕਿਤਾਬਾਂ 'ਚ ਮੌਜੂਦ ਆ। ਹੁਣ ਯੂਸੁਫ अलैहिस्सलाम ਦਾ ਕਿੱਸਾ ਤੇ ਬੀਬੀ ਜ਼ੁਲੈਖਾ ਦਾ ਇਹ ਜਿਹੜਾ ਕਿੱਸਾ ਆ ਅੱਲਾਹ ਤਾਲਾ ਮਨ ਆਸਨੁਲ ਕਸਸ ਹੁਣ ਉਹਦੇ 'ਚ ਵੀ ਦੇਖੋ ਕੀ ਹੋਇਆ ਬਈ औरत का कहना मन लो तो दोस्त की ना मन लो जेल भुगतो ਹੁਣ ਆ 12 ਸਾਲ ਜੇਲ੍ਹ ਕੱਟੀ ਕਿਉਂਕਿ ਉਹ ਤਾਂ ਅੱਲਾ ਦੇ ਨਬੀ ਸੀ ਨਾ ਵਰਨਾ ਆਮ ਆਦਮੀ ਹੁੰਦਾ ਤਾਂ ਉਹ ਜੇਲ੍ਹ ਤਾਂ ਨਹੀਂ ਜਾਣਾ ਸੀ ਜਹੰਨਮ ਜਾਣਾ ਸੀ ਲੇਕਿਨ ਅੱਲਾ ਦੇ ਨਬੀ ਜਿਹੜੇ ਹੁੰਦੇ ਆ ਉਹ ਤਾਂ ਸਰਾਪਾ ਨੂਰ ਹੁੰਦੇ ਆ ਨਾ ਉਹ ਤਾਂ ਉਹਨਾਂ ਨੂੰ ਉਹ ਤਾਂ ਹਦਾਇਤ ਦੇਣੇ ਵਾਲੇ ਲੋਕ ਆ ਬਹੁਤ ਬੁਲੰਦ ਮੁਰਾਤਬ ਬਹੁਤ ਅੱਲਾ ਦੇ ਕੁਰਬ 'ਚ ਹੁੰਦੇ ਆ ਉਹਨਾਂ ਤੇ ਇਸ ਤਰ੍ਹਾਂ ਕਿਸੇ ਦਾ ਦਾਅ ਨਹੀਂ ਚੱਲਦਾ ਸ਼ੈਤਾਨ ਹੋਵੇ ਔਰਤ ਹੋਵੇ ਤੇ ਉਹ ਉਹਨਾਂ ਤੇ ਅਸਰ ਅੰਦਾਜ਼ ਨਹੀਂ ਹੁੰਦੇ। ਨਬੀਆਂ ਦਾ ਜਿਸਮ ਨਬੀ ਦੀ ਜ਼ਾਤ ਹਰ ਸ਼ੈਤਾਨੀ ਸ਼ਰ ਤੋਂ ਮਹਿਫੂਜ਼ ਹੁੰਦੇ ਨਬੀ ਪਾਕ ਹੁੰਦੇ ਆ ਨਬੀਆਂ ਤੇ ਕੋਈ ਸ਼ੈਤਾਨੀ ਚੀਜ਼ ਅਸਰ ਨਹੀਂ ਕਰਦੀ। ਹੁਣ ਅਗਰ ਸਮਝ ਹੁੰਦੀ ਇਹ ਜਿਹੜੀ ਜਾਦੂ ਵਾਲੀ ਕਹਾਣੀ ਆ ਤੇ ਉਹਦੇ 'ਚ ਬਈ ਹੁਣ ਦੇਖੋ ਜਾਦੂ ਜਿਹੜਾ ਇਹ ਸ਼ੈਤਾਨੀ ਇਲਮ ਹੈ ਕੁਰਾਨ ਪਾਕ 'ਚ ਹੈ ਨਾ ਹਾਰੂਤ ਮਾਰੂਤ ਦੋ ਫਰਿਸ਼ਤੇ ਸੀ ਤੇ ਉਹ ਆ ਗਏ ਸ਼ੈਤਾਨ ਜਿਹੜੇ ਸੀ ਉਹ ਬਾਬਲ ਦੇ ਸ਼ਹਿਰ ਵਾਲਿਆਂ ਨੂੰ ਜਾਦੂ ਸਿਖਾਉਂਦੇ ਸੀ ਉਹ ਫਰਿਸ਼ਤਿਆਂ ਨੇ ਵੀ ਸਿੱਖ ਲਿਆ। ਹੁਣ ਨਾਲ ਕਹਿ ਦਿੰਦੇ ਸੀ ਬਈ ਇਹਦੇ ਨਾਲ ਆ ਹੋਏਗਾ ਲੇਕਿਨ ਤੁਹਾਡਾ ਈਮਾਨ ਚੱਲ ਜਾਏਗਾ। ਉਹ ਲੋਕ ਕਹੀ ਗਏ ਨਹੀਂ ਤਾਂ ਸਾਨੂੰ ਸਿਖਾ ਦਿਓ ਅਸੀਂ ਕਿਹੜਾ ਕਰਨਾ ਜਦੋਂ ਕਰ ਲਿਆ ਫਿਰ ਸ਼ੁਰੂ ਹੋ ਗਏ ਦੋਨੋਂ ਪਾਸੇ ਇੱਕ ਨਾਲ ਕੋਈ ਗੱਟਵਟ ਹੋਈ ਤਾਂ ਉਹਨੇ ਜਾਦੂ ਕਰ ਦੇਣਾ ਉਹ ਅਗਲਾ ਵੀ ਸਿੱਖਿਆ ਹੋਇਆ ਸੀ ਉਹਨੇ ਉਹਦੇ ਤੇ ਕਰ ਦੇਣਾ ਫਿਰ ਅਖੀਰੀ ਬਾਬਲ ਸ਼ਹਿਰ ਕੀ ਹੋਇਆ ਉਹਦਾ ਲਾਵੇ 'ਚ ਅੱਲਾਹ ਤਬਾਰਕ ਤਾਲਾ ਨੇ ਗਰਕ ਕਰ ਦਿੱਤਾ। ਲਾਵਾ ਜਿਹਦਾ ਲੁੱਕ ਪਿਘਲੀ ਹੁੰਦੀ ਆ ਇਸ ਤਰ੍ਹਾਂ ਪਹਾੜਾਂ 'ਚੋਂ ਨਿਕਲਿਆ ਸਾਰਾ ਸ਼ਹਿਰ ਦੱਸਦੇ ਉਹਦੇ 12 ਮੀਲ ਲੰਬੇ ਬਾਜ਼ਾਰ ਸੀ। ਮੇਰਾ ਖਿਆਲ ਅੱਜ ਵੀ ਕੋਈ ਐਡਾ ਬੜਾ ਸ਼ਹਿਰ ਮੁਸ਼ਕਲ ਹੀ ਆ ਦੁਨੀਆ 'ਚ ਹੋਵੇ ਤਾਂ ਇਹ ਟੋਕੀਓ ਸਭ ਤੋਂ ਬੜਾ ਸ਼ਹਿਰ ਆ ਉਹਦੇ ਵੀ 12 ਮੀਲ ਲੰਬੇ ਬਾਜ਼ਾਰ ਕੋਈ ਨਹੀਂ। ਉਹ ਪਹਾੜਾਂ 'ਚੋਂ ਨਿਕਲਿਆ ਲਾਵਾ ਉਹਦੇ ਬਾਜ਼ਾਰ ਜਿਹੜੇ ਸੀ ਉਹ ਭਰ ਗਏ ਸਾਰੀ ਮਖਲੂਕ ਜਿਹੜੀ ਸੀ ਉਹ ਅੱਲਾ ਨੇ ਗਰਕ ਕਰ ਦਿੱਤੀ। ਹੁਣ ਉਹੋ ਹੀ ਦੇਖੋ ਜਾਦੂ ਕਰਨੇ ਵਾਲੇ ਵੀ ਕਾਫਰ ਜਿਨ੍ਹਾਂ ਤੇ ਹੁੰਦਾ ਉਹ ਨਬੀ ਸੀਗੇ ਉਹ ਦੋਨੋਂ ਇੱਕੋ ਤਰ੍ਹਾਂ ਦੇ ਸੀ ਦੋਨੋਂ ਹੀ ਪਾਰਟੀਆਂ ਜਾਦੂਗਰ ਸੀ ਔਰ ਜਿਨ੍ਹਾਂ ਤੇ ਅਸਰ ਹੁੰਦਾ ਸੀ ਉਹ ਵੀ ਕੋਈ ਨਬੀ ਨਹੀਂ ਸੀ ਵਲੀ ਨਹੀਂ ਸੀ। ਜਿਸ ਤਰ੍ਹਾਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਉਮਤ ਦੇ ਵਲੀ ਹੁਣ ਦਾਤਾ ਸਾਹਿਬ ਦੇਖੋ ਉਹ ਰਾਜੂ ਰਾਏ ਜਾਦੂਗਰ ਸੀ ਬਹੁਤ ਬੜਾ ਜੋਗੀ ਸੀ ਕਿੰਨਾ ਬੜਾ ਉਹਦਾ ਉਹ ਜਾਦੂ ਸੀ
ਕਿ ਉਹ ਅੱਗ ਦੀ ਬਾਰਿਸ਼ ਕਰ ਸਕਦਾ ਸੀ। ਦਾਤਾ ਸਾਹਿਬ ਤੇ ਪੱਥਰਾਂ ਦੀ ਬਾਰਿਸ਼ ਕੀਤੀ, ਹੋਰ ਕੀ ਕੁਛ ਇਸ ਤਰ੍ਹਾਂ ਦੇ ਸ਼ੋਭਦੇ ਉਹਨੇ ਦਿਖਾਏ, ਲੇਕਿਨ ਦਾਤਾ ਸਾਹਿਬ ਤੇ ਕੋਈ ਜ਼ਰਾ ਅਸਰ ਨਹੀਂ ਹੋਇਆ। ਅਖੀਰੀ ਕੀ ਹੋਇਆ, ਉਹ ਜ਼ੇਰ ਹੋਇਆ, ਮੁਸਲਮਾਨ ਹੋ ਗਿਆ, ਸਾਰੀ ਉਮਰ ਆਪ ਦੀ ਖਿਦਮਤ ਕਰਦਾ ਰਿਹਾ, ਆਪ ਦੀ ਔਲਾਦ ਦੀ ਉਹਦੀ ਔਲਾਦ ਜਿਹੜੀ ਸੀ ਉਹ ਵੀ ਆਪ ਦੀ ਖਿਦਮਤ ਕਰਦੀ ਰਹੀ। ਹੁਣ ਆਪ ਅੱਲਾ ਦੇ ਵਲੀ ਆ, ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਕਦਮਾਂ ਦੀ ਖਾਕ ਦਾ ਸਦਕਾ ਆ ਵਲਾਇਤ, ਆਪ ਨਬੀਆਂ ਦੇ ਨਬੀ ਆ। ਤੇ ਇਹ ਸਾਡੇ ਉਲਮਾ ਕਰਾਮ ਨੇ ਕਿੰਨੀ ਬੜੀ ਕਹਾਣੀ ਲਿਖ ਦਿੱਤੀ ਕਿ ਸਰਕਾਰ ਤੇ ਜਾਦੂ ਹੋ ਗਿਆ। ਵੀ ਜਾਦੂ ਤਾਂ ਸ਼ੈਤਾਨੀ ਅਮਲ ਆ, ਸ਼ੈਤਾਨ ਦਾ ਜਾਦੂ ਆ, ਸ਼ੈਤਾਨ ਦਾ ਇਲਮ ਆ। ਸ਼ੈਤਾਨੀ ਇਲਮ ਨਬੀ ਤੇ ਗਾਲਬ ਆ ਸਕਦਾ, ਵਲੀ ਤੇ ਨਹੀਂ ਆ ਰਿਹਾ। ਤੇ ਜਿਹੜੇ ਨਬੀਆਂ ਦੇ ਨਬੀ, ਫਿਰ ਦੇਖੋ ਕੁਰਾਨ ਪਾਕ ਖੁਦ ਕਹਿੰਦਾ ਕਿ ਮੂਸਾ अलैहिस्सलाम ਤੇ ਜ਼ਰਾ ਅਸਰ ਨਹੀਂ ਹੋਇਆ। ਔਰ ਉਹ ਜਿਹੜੇ ਜਾਦੂਗਰ ਸੀ ਉਹ ਦੇਖੋ ਮੁਸਲਮਾਨ ਹੋ ਗਏ, ਸ਼ਿਕਸਤ ਖਾ ਕੇ ਉਹਨਾਂ ਨੇ ਕਲਮਾ ਪੜ੍ਹ ਲਿਆ ਕਿ ਜੀ ਵਾਕਈ ਇਹ ਅੱਲਾ ਦੀ ਪਾਵਰ ਆ, ਅੱਲਾ ਦੇ ਨਬੀ ਆ, ਸਾਡਾ ਇਲਮ ਇਹਨਾਂ ਤੇ ਗਾਲਬ ਨਹੀਂ ਆ ਸਕਦਾ। ਉਹ ਮੁਸਲਮਾਨ ਹੋ ਗਏ। ਹੁਣ ਇਹ ਬਣਾਈ ਯਹੂਦੀਆਂ ਨੇ ਇਹ ਕਹਾਣੀ, ਕਿਉਂ? ਉਹ ਕਹਿੰਦੇ ਜੀ ਦੇਖੋ ਤੁਹਾਡਾ ਕੁਰਾਨ ਕਹਿੰਦਾ ਕਿ ਮੂਸਾ अलैहिस्सलाम ਤੇ ਜਾਦੂ ਦਾ ਅਸਰ ਨਹੀਂ ਹੋਇਆ। ਔਰ ਜਾਦੂਗਰ ਕਿੰਨੇ ਸੀ? ਸਾਰੇ ਮੁਲਕ ਦੇ ਜਾਦੂਗਰ, ਸਾਰੇ ਮੁਲਕ ਦੇ ਬੜੇ ਬੜੇ ਜਾਦੂਗਰ ਜ਼ੋਰ ਲਾ ਰਹੇ ਤੇ ਮੂਸਾ अलैहिस्सलाम ਤੇ ਕੋਈ ਅਸਰ ਨਹੀਂ ਹੋਇਆ। ਅਖੀਰੀ ਉਹਨਾਂ ਨੂੰ ਸ਼ਿਕਸਤ ਹੋਈ ਔਰ ਉਹਨਾਂ ਨੇ ਕਲਮਾ ਪੜ੍ਹ ਲਿਆ, ਮੁਸਲਮਾਨ ਹੋ ਗਏ। ਤੇ ਨਬੀ अलैहिस्सलाम ਤੇ ਉਹ ਲਬੀਦ ਬਿਨ ਆਸਮ ਇੱਕ ਯਹੂਦੀ, ਉਹਨੂੰ 3 ਦਿਨਾਰ ਦੇਣੇ ਕਰਕੇ ਯਹੂਦੀਆਂ ਨੇ ਤਿਆਰ ਕੀਤਾ ਕਿ ਤੂੰ ਸਰਕਾਰ ਤੇ ਜਾਦੂ ਕਰ, ਅਸੀਂ ਤਾਂ ਕਰਦੇ ਹਾਂ ਛੋਟਾ ਮੋਟਾ, ਉਹਦਾ ਅਸਰ ਨਹੀਂ ਹੁੰਦਾ, ਤੂੰ ਬੜਾ ਜਾਦੂਗਰ ਆ, ਤੂੰ ਜਾਦੂ ਕਰ ਤੇ ਸਰਕਾਰ ਨੂੰ ਕੁਛ ਕਰ। ਉਹ 3 ਦਿਨਾਰ ਨਾਲ ਮੁੱਕ ਗਿਆ, ਕੋਈ ਬੜੀ ਰਕਮ ਨਹੀਂ ਲੈਣੀ ਕੀਤੀ। ਜਦਕਿ ਫਰੌਨ ਦੇ ਜਾਦੂਗਰ ਬੜੀ ਬੜੀ ਰਕਮ ਲੈਂਦੇ ਸੀ ਉੱਥੋਂ, ਫਰੌਨ ਤੋਂ। ਸਾਰਾ ਨਾਂ ਨੁਫਕਾ ਉਹਨਾਂ ਦਾ ਉਹ ਫਰੌਨ ਦੇ ਜ਼ਿੰਮੇ ਸੀ। ਫਰੌਨ ਨੇ ਕਿਹਾ ਨਾ ਕੁਰਾਨ ਪਾ ਕੇ ਨਾ ਕਿ ਰਿਜ਼ਕ ਮੇਰਾ ਖਾਂਦੇ ਰਹੇ, ਪੈਸੇ ਮੇਰੇ ਖਾਂਦੇ ਰਹੇ, ਹੁਣ ਤੁਸੀਂ ਤੁਹਾਡਾ ਵੱਡਾ ਆ ਗਿਆ ਉਹਦੇ ਨਾਲ ਰਲ ਗਏ ਹੋ, ਤੁਸੀਂ ਕਲਮਾ ਪੜ੍ਹ ਲਿਆ ਉਹਦਾ। ਹੁਣ ਇਧਰ ਤੇ ਕੀ ਆ, ਦੇਖੋ ਮੁਕਾਬਲੇ 'ਚ ਕਹਾਣੀ ਬਣਾਈ ਆ ਨਾ ਉਹਨਾਂ ਨੇ, ਯਹੂਦੀਆਂ ਨੇ ਸੋਚ ਸੋਚ ਕੇ। ਔਰ ਸਾਡੇ ਉਲਮਾ ਨੂੰ ਸਮਝ ਨਹੀਂ ਸੀਗੀ, ਇਹਨਾਂ ਨੇ ਉਹਨੂੰ ਬਿਲਕੁਲ ਸਹੀ ਸਮਝ ਕੇ ਤਾਂ ਆਪਣੀਆਂ ਕਿਤਾਬਾਂ 'ਚ ਦਰਜ ਕਰ ਲਿਆ।